ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੀ ਸਾਧ ਸੰਗਤ, ਜਿਵੇਂ ਕਿ ਅੱਜ ਸਾਰੇ ਸੰਸਾਰ ਦੇ ਵਿੱਚ ਜੋ ਕਰੋਨੇ ਦੀ ਬਿਮਾਰੀ ਹੈ, ਇਸ ਕਰੋਨੇ ਦੀ ਬਿਮਾਰੀ ਨੇ ਸਾਰੇ ਜਗਤ ਵਿੱਚ ਦਹਿਸ਼ਤ ਫੈਲਾਈ ਹੋਈ ਹੈ। ਇਸ ਕਰੋਨੇ ਦੀ ਬਿਮਾਰੀ ਨੇ ਹੋਰ ਸਭ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਭੁਲਾ ਕੇ ਰੱਖ ਦਿੱਤਾ। ਸੋ ਗੁਰਮੁਖ ਪਿਆਰਿਓ, ਜੋ ਇਹ ਕਰੋਨੇ ਦੀ ਬਿਮਾਰੀ ਹੈ, ਇਹ ਸਭ ਤੋਂ ਵੱਡੀ ਬਿਮਾਰੀ ਇਹੀ ਨਹੀਂ ਹੈ, ਇਸ ਤੋਂ ਵੱਡੀ ਬਿਮਾਰੀ ਇੱਕ ਹੋਰ ਵੀ ਹੈ। ਇਹ ਕਰੋਨੇ ਦਾ ਜਿਹੜਾ ਰੋਗ ਹੈ, ਇਹ ਵੱਡਾ ਨਹੀਂ ਹੈ, ਇਸ ਤੋਂ ਵੀ ਇੱਕ ਹੋਰ ਬਹੁਤ ਵੱਡਾ ਰੋਗ ਹੈ। ਉਸ ਰੋਗ ਦਾ ਸਾਨੂੰ ਪਤਾ ਨਹੀਂ ਹੈ। ਅਸੀਂ ਕਰੋਨੇ ਦੇ ਰੋਗ ਨੂੰ ਹੀ ਵੱਡਾ ਸਮਝੀ ਬੈਠੇ। ਹੈ ਵੀ ਵੱਡਾ। ਦੇਖੋ, ਇਹ ਕਰੋਨੇ ਦੇ ਰੋਗ ਨੇ, ਕਰੋਨੇ ਦੀ ਬਿਮਾਰੀ ਨੇ ਸਭ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਭੁਲਾ ਕੇ ਰੱਖ ਦਿੱਤਾ। ਹੋਰ ਕਿਸੇ ਵੀ ਬਿਮਾਰੀ ਦਾ ਨਾਂ ਸੁਣਨ ਵਿੱਚ ਨਹੀਂ ਆਉਂਦਾ ਕਿ ਕਿਸੇ ਨੂੰ ਕੈਂਸਰ ਹੈ, ਟੀਵੀ ਹੈ, ਖੰਘ ਹੈ, ਬੁਖਾਰ ਹੈ, ਕਿਸੇ ਦਾ BP ਵੱਧਦਾ ਹੈ, ਘਟਦਾ ਹੈ। ਕੁਝ ਵੀ ਸੁਣਨ ਵਿੱਚ ਨਹੀਂ ਆਉਂਦਾ। ਸਭ ਪਾਸੇ ਕਰੋਨਾ ਹੀ ਕਰੋਨਾ, ਕਰੋਨਾ ਹੀ ਕਰੋਨਾ ਹੋ ਰਹੀ ਹੈ। ਕਿਤਨਾ ਵੱਡਾ ਇਹ ਰੋਗ, ਕਰੋਨੇ ਦਾ ਰੋਗ ਸਮਝਿਆ ਗਿਆ ਹੈ। ਪਰ ਗੁਰਮੁਖ ਪਿਆਰਿਓ, ਇਹ ਕਰੋਨੇ ਦਾ ਰੋਗ ਸਭ ਤੋਂ ਵੱਡਾ ਰੋਗ ਨਹੀਂ ਹੈ। ਸਭ ਤੋਂ ਵੱਡਾ ਰੋਗ ਹੈ ਅਕਾਲ ਪੁਰਖ ਵਾਹਿਗੁਰੂ ਨਾਲੋਂ ਪਏ ਹੋਏ ਵਿਛੋੜੇ ਦਾ ਰੋਗ, ਵਿਛੋੜੇ ਦਾ ਦੁੱਖ। ਸਭ ਤੋਂ ਵੱਡਾ ਦੁੱਖ ਇਹ ਹੈ। ਜਿਵੇਂ ਕਰੋਨੇ ਦੇ ਰੋਗ ਨੇ, ਕਰੋਨੇ ਦੀ ਬਿਮਾਰੀ ਨੇ ਸਭ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਭੁਲਾ ਕੇ ਰੱਖ ਦਿੱਤਾ। ਜੇ ਤੁਸੀਂ ਕਰੋਨੇ ਦੇ ਰੋਗ ਨੂੰ ਭੁਲਾਉਣਾ ਹੈ, ਕਰੋਨੇ ਦੇ ਰੋਗ ਤੋਂ ਬਚਣਾ ਹੈ, ਤਾਂ ਇੱਕ ਰੋਗ ਹੋਰ ਲਾਉਣਾ ਪਏਗਾ। ਉਹ ਕਿਹੜਾ ਰੋਗ ਹੈ? ਰੱਬ ਨਾਲੋਂ ਪਏ ਹੋਏ ਵਿਛੋੜੇ ਦਾ ਰੋਗ, ਰੱਬ ਨਾਲੋਂ ਪਏ ਹੋਏ ਵਿਛੋੜੇ ਦਾ ਦੁੱਖ। ਇਸ ਦੁੱਖ ਦਾ ਸਾਨੂੰ ਪਤਾ ਨਹੀਂ ਹੈ। ਸਭ ਤੋਂ ਵੱਡਾ ਦੁੱਖ ਇਹ ਹੈ। ਇਸ ਦੁੱਖ ਦਾ, ਇਹ ਦੁੱਖ ਸਾਰਿਆਂ ਨੂੰ ਚਿੰਬੜਿਆ ਹੋਇਆ, ਪਰ ਸਾਨੂੰ ਇਸ ਦੁੱਖ ਦਾ ਪਤਾ ਨਹੀਂ ਹੈ। ਇਸ ਕਰਕੇ ਅਸੀਂ ਬੇਫਿਕਰ ਹੋ ਕੇ ਫਿਰ ਰਹੇ ਹਾਂ। ਕਈ ਵਾਰੀ ਐਸਾ ਹੁੰਦਾ, ਕਿਸੇ ਬਿਮਾਰ ਨੂੰ, ਕਿਸੇ ਰੋਗੀ ਨੂੰ ਦੇਖ ਕੇ ਡਾਕਟਰ ਕਹਿ ਦਿੰਦਾ ਕਿ ਭਾਈ, ਇਸ ਬਿਮਾਰ ਨੂੰ, ਇਸ ਰੋਗੀ ਨੂੰ ਬਹੁਤ ਵੱਡਾ ਰੋਗ ਲੱਗਿਆ ਹੋਇਆ, ਇਸਨੇ ਬਚਣਾ ਨਹੀਂ ਹੈ, ਪਰ ਇਸ ਨੂੰ ਦੱਸਿਓ ਨਾ। ਜੇ ਇਸ ਨੂੰ ਦੱਸ ਦਿੱਤਾ, ਇਸਨੇ ਮਰ ਜਾਣਾ। ਦੇਖੋ, ਰੋਗ ਉਹਦੇ ਅੰਦਰ ਹੀ ਹੈ, ਪਰ ਦੱਸਣਾ ਨਹੀਂ ਹੈ। ਇਸੇ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਨਾਲੋਂ ਪਏ ਹੋਏ ਵਿਛੋੜੇ ਦਾ ਰੋਗ ਸਾਨੂੰ ਸਾਰਿਆਂ ਨੂੰ ਚਿੰਬੜਿਆ ਹੋਇਆ, ਲੱਗਿਆ ਹੋਇਆ, ਪਰ ਸਾਨੂੰ ਪਤਾ ਨਹੀਂ ਹੈ। ਸਾਨੂੰ ਪਤਾ ਨਹੀਂ ਹੈ ਕਿ ਅਸੀਂ ਉਹ ਅਕਾਲ ਪੁਰਖ ਵਾਹਿਗੁਰੂ ਨਾਲੋਂ ਵਿਛੜ ਕੇ ਕਿਵੇਂ 84 ਲੱਖ ਜੂਨੀਆਂ ਦੇ ਵਿੱਚ ਭਟਕ ਰਹੇ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਿਰਖ ਜੋਇਓ। ਕਿਤਨੀਆਂ ਜੂਨੀਆਂ ਵਿੱਚ ਭਟਕਦੇ ਆ ਰਹੇ ਉਸ ਪ੍ਰਭੂ ਨਾਲੋਂ ਵਿਛੜ ਕੇ। ਉਸ ਪ੍ਰਭੂ ਨਾਲੋਂ ਪਏ ਹੋਏ ਵਿਛੋੜੇ ਦਾ ਜੋ ਦੁੱਖ ਹੈ, ਇਹ ਸਭ ਤੋਂ ਵੱਡਾ ਦੁੱਖ ਹੈ। ਕਰੋਨਾ ਤਾਂ ਕੁਝ ਵੀ ਨਹੀਂ ਹੈ। ਇਹ ਜਿਹੜੇ ਸਰੀਰਕ ਰੋਗ ਹਨ, ਇਹ ਤਾਂ ਇੱਕ ਦਿਨ ਖਤਮ ਹੋ ਜਾਣੇ ਹਨ। ਜਦੋਂ ਸਰੀਰ ਨੇ
ਮਿੱਟੀ 'ਚ ਮਿਲ ਜਾਣਾ ਹੈ, ਜਦੋਂ ਮਰ ਜਾਣਾ ਹੈ। ਸਰੀਰ ਨੇ ਮਿੱਟੀ 'ਚ ਮਿਲ ਜਾਣਾ। ਸਰੀਰ ਨਾਲ ਸਰੀਰ ਨੂੰ ਲੱਗੇ ਹੋਏ ਸਭ ਤਰ੍ਹਾਂ ਦੇ ਰੋਗਾਂ ਨੇ ਵੀ ਖਤਮ ਹੋ ਜਾਣਾ। ਮੁੜ ਕੇ ਇਹੀ ਆਤਮਾ ਸਾਡੀ ਫਿਰ ਹੋਰ ਸਰੀਰ ਵਿੱਚ ਚਲੇ ਜਾਏਗੀ। ਜਦੋਂ ਹੋਰ ਸਰੀਰ ਵਿੱਚ ਚਲੇ ਜਾਏਗੀ, ਫਿਰ ਉਹਨਾਂ ਸਰੀਰਾਂ ਵਿੱਚ ਵੀ ਰੋਗ ਹਨ। ਫਿਰ ਨਵੇਂ ਰੋਗਾਂ ਨਾਲ, ਨਵੇਂ ਤਰ੍ਹਾਂ ਦੇ ਕਰੋਨਿਆਂ ਨਾਲ ਫਿਰ ਵਾਹ ਪੈਣਾ। ਇਸ ਕਰਕੇ ਗੁਰਮੁਖ ਪਿਆਰਿਓ, ਜੇ ਕਰੋਨੇ ਤੋਂ ਬਚਣਾ ਹੈ, ਜੇ ਸਭ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਣਾ ਹੈ, ਜੇ ਸਭ ਤਰ੍ਹਾਂ ਦੇ ਰੋਗਾਂ ਤੋਂ ਬਚਣਾ ਹੈ, ਤਾਂ ਇੱਕ ਰੋਗ ਨੂੰ ਹੋਰ ਸਮਝੋ। ਉਹ ਹੈ ਅਕਾਲ ਪੁਰਖ ਵਾਹਿਗੁਰੂ ਨਾਲੋਂ ਪਏ ਹੋਏ ਵਿਛੋੜੇ ਦਾ ਦੁੱਖ। ਇਸ ਦੁੱਖ ਨੂੰ ਸਮਝੋ। ਇਸ ਦੁੱਖ ਦੀ ਸਮਝ ਉਸੇ ਨੂੰ ਆਏਗੀ ਜਿਹੜਾ ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਗੁਰੂ ਦੇ ਸ਼ਬਦ ਨਾਲ ਜੁੜੇਗਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਉਸ ਰੋਗ ਬਾਰੇ ਹੀ ਦੱਸ ਰਹੇ ਹਨ। ਗੁਰਮੁਖ ਪਿਆਰਿਓ, ਅਸਲ ਰੋਗ ਰੱਬ ਨਾਲੋਂ ਪਏ ਹੋਏ ਵਿਛੋੜੇ ਦਾ ਹੈ। ਰੱਬ ਨਾਲੋਂ ਪਏ ਹੋਏ ਵਿਛੋੜੇ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ। ਕਿਤਨਾ ਵੱਡਾ ਦੁੱਖ ਹੈ? ਜਿਵੇਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਕਵਿਤਾ ਦੇ ਵਿੱਚ ਬਿਆਨ ਕਰਦੇ ਆ, ਕਿਤਨਾ ਵੱਡਾ ਦੁੱਖ ਹੈ ਰੱਬ ਨਾਲੋਂ ਪਏ ਹੋਏ ਵਿਛੋੜੇ ਦਾ। ਕਿਤਨਾ ਵੱਡਾ ਦੁੱਖ ਹੈ, ਸਮਝੋ ਇਸ ਗੱਲ ਨੂੰ। ਕਿਤਨਾ ਵੱਡਾ ਦੁੱਖ ਹੈ। ਪੁੱਛੀਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ। ਕਹਿੰਦੇ ਹਨ, ਅਗਨ ਜਰਤ ਜਲ ਬੂੜਤ ਸਰਪ ਗ੍ਰਸੈ, ਸ਼ਾਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਅੱਗ ਦਾ ਜਾਲਿਆ ਹੋਵੇ, ਕੋਈ ਅੱਗ ਨਾਲ ਜਲਿਆ ਹੋਵੇ, ਕਿਤਨਾ ਵੱਡਾ ਦੁੱਖ ਹੈ। ਅਗਨ ਜਰਤ ਜਲ ਬੂੜਤ, ਪਾਣੀ ਦਾ ਡੋਬਿਆ ਹੋਵੇ, ਸੱਪਾਂ ਦਾ ਡੰਗਿਆ ਹੋਵੇ ਥਾਂ ਥਾਂ ਤੇ। ਸ਼ਾਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਸ਼ਾਸਤਰਾਂ ਨਾਲ ਰੋਮ ਰੋਮ ਤੇ ਥਾਂ ਥਾਂ ਤੇ ਟੁਕਿਆ ਹੋਵੇ, ਕੱਟਿਆ ਹੋਵੇ। ਕਿਤਨੇ ਵੱਡੇ ਦੁੱਖ ਹਨ, ਗਿਣੀ ਚੱਲੋ। ਅਗਨ ਜਰਤ ਜਲ ਬੂੜਤ ਸਰਪ ਗ੍ਰਸੈ, ਸ਼ਾਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ। ਇੱਥੇ ਹੀ ਬਸ ਨਹੀਂ, ਕਦੇ ਸਭ ਪਾਸਿਓਂ ਵਿਪਤਾ ਪਈ ਹੋਵੇ। ਉਸ ਦੀਨ ਦੁਖੀ ਦੀ ਐਸੀ ਹਾਲਤ ਹੋਵੇ ਕਿ ਸਭ ਪਾਸੇ ਤੇ ਦੁੱਖਾਂ ਦੀ ਪੀੜਾ, ਦੁੱਖੇ ਦੁੱਖ ਹੋਣ। ਬਿਰਥਾ ਅਨੇਕ, ਅਨੇਕਾਂ ਹੀ ਪੀੜਾ, ਅਨੇਕਾਂ ਤਰ੍ਹਾਂ ਦੀਆਂ ਪੀੜਾਂ, ਅਨੇਕਾਂ ਤਰ੍ਹਾਂ ਦੇ ਦੁੱਖ ਚਿੰਬੜੇ ਹੋਣ। ਬਿਰਥਾ ਅਨੇਕ ਅਪਦਾ ਅਧੀਨ, ਅਪਦਾ ਸਭ ਪਾਸਿਓਂ ਵਿਪਤਾ ਪਈ ਹੋਵੇ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਐਸੀ ਉਹਦੀ ਹਾਲਤ ਹੋਵੇ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਗਰੀਖਮ ਔਸੀਤ ਬਰਖ ਮਾਹੇ ਨਿਸਪਰਾਤ ਹੈ। ਗਰਮੀ ਤੋਂ ਬਚਣ ਲਈ, ਸਰਦੀ ਤੋਂ ਬਚਣ ਲਈ, ਵਰਖਾ ਤੋਂ ਬਚਣ ਲਈ, ਸਿਰ ਢਕਾਉਣ ਦੇ ਲਈ, ਸਿਰ ਲੁਕਾਉਣ ਦੇ ਲਈ ਕੋਈ ਥਾਂ ਨਾ ਹੋਵੇ ਕੋਲ। ਗਰਮੀ ਵੀ ਬਾਹਰ ਹੀ, ਸਰਦੀ ਵੀ ਬਾਹਰ ਹੀ, ਵਰਖਾ ਦੇ ਵਿੱਚ ਵੀ ਬਾਹਰ ਹੀ ਰਹਿਣਾ ਪੈ ਜਾਵੇ। ਐਸੇ ਦੁੱਖ, ਸਾਰੇ ਦੁੱਖ ਇਕੱਠੇ ਕਰ ਲਓ। ਇਹ ਸਭ ਤਰ੍ਹਾਂ ਦੀਆਂ ਮੁਸੀਬਤਾਂ ਪਈਆਂ ਹੋਣ ਸਿਰ ਉੱਤੇ, ਫਿਰ ਇੱਥੇ ਹੀ ਬਸ ਨਹੀਂ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ, ਗੋਦ ਵਿੱਚ ਵਧੂ ਵਿਸ਼ਵਾਸ ਵੰਸ ਵੱਧ ਕੋਟ ਹੱਤਿਆ। ਸਭ ਤਰ੍ਹਾਂ ਦੇ ਪਾਪ ਚਿੰਬੜੇ ਹੋ, ਜਿਵੇਂ ਕਿ ਬ੍ਰਹਮਣ ਕੈਲੀ ਘਾਤ ਕੰਜ ਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾਂ ਕੋੜ ਵਧੀਆਂ ਸਦਾ ਸਦਾ ਅਭਮਾਨ। ਪਾਹੇ ਇੱਥੇ ਪਾਏ, ਪਾਹੇ ਇੱਥੇ ਜਾਏ ਵਿਸਰ ਨਾਨਕਾ
ਇੱਕ ਨਾਮ। ਸਭ ਤਰ੍ਹਾਂ ਦੇ ਪਾਪ ਉਸ ਨੂੰ ਚਿੰਬੜੇ ਹੋਣ। ਗਊ ਦੀ ਹੱਤਿਆ ਦਾ ਪਾਪ, ਗਊ ਦੀ ਹੱਤਿਆ ਦਾ ਬਹੁਤ ਵੱਡਾ ਪਾਪ ਮੰਨਿਆ ਗਿਆ ਹੈ ਗ੍ਰੰਥਾਂ ਦੇ। ਬ੍ਰਾਹਮਣ ਦੀ ਹੱਤਿਆ ਦਾ ਪਾਪ ਬਹੁਤ ਵੱਡਾ ਮੰਨਿਆ ਗਿਆ ਹੈ। ਲੜਕੀ ਦੀ ਇਸਤਰੀ ਨੂੰ ਮਾਰਨਾ, ਇਸਤਰੀ ਦੀ ਹੱਤਿਆ ਦਾ ਪਾਪ ਬਹੁਤ ਵੱਡਾ ਮੰਨਿਆ ਗਿਆ। ਵਿਸ਼ਵਾਸਘਾਤ ਕਰਨਾ, ਕਿਸੇ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਕੇ ਉਸ ਨੂੰ ਮਾਰ ਦੇਣਾ, ਉਹਦੇ ਨਾਲ ਧੋਖਾ ਕਰਨਾ ਬਹੁਤ ਵੱਡਾ ਪਾਪ ਹੈ। ਗੋਦ ਵਿੱਚ ਵਧੂ ਵਿਸ਼ਵਾਸ ਵੰਸ ਵੱਧ ਕੋਟ ਹੱਤਿਆ, ਇੱਦਾਂ ਦੀਆਂ ਕਰੋੜਾਂ ਹੀ ਹੱਤਿਆ ਦੀ ਉਸ ਨੂੰ ਪਾਪ ਚਿੰਬੜੇ ਹੋਣ। ਇਹ ਸਾਰੇ ਇਕੱਠੇ ਕਰ ਲਓ। ਗੋਦ ਵਿੱਚ ਵਧੂ ਵਿਸ਼ਵਾਸ ਵੰਸ ਵੱਧ ਕੋਟ ਹੱਤਿਆ। ਭਾਈ ਸਾਹਿਬ, ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਹਨ, ਤ੍ਰਿਸ਼ਨਾ ਅਨੇਕ ਦੁੱਖ ਦੋਖ ਬਸ ਗਾਤ ਹੈ। ਬੇਅੰਤ ਤ੍ਰਿਸ਼ਨਾ ਦੀ ਅੱਗ ਵਿੱਚ ਜਲਦਾ ਹੋਵੇ ਕੋਈ। ਸਭ ਤਰ੍ਹਾਂ ਦੇ ਐਬ ਦੁੱਖ ਉਸ ਨੂੰ ਚਿੰਬੜੇ ਹੋਣ। ਕਹਿੰਦੇ ਇਹ ਕੁਝ ਵੀ ਨਹੀਂ ਹੈ। ਇਹ ਸਾਰੇ ਇਕੱਠੇ ਕਰ ਲਓ। ਅੱਗੇ ਭਾਈ ਸਾਹਿਬ ਕਹਿੰਦੇ ਹਨ, ਅਨਕ ਪ੍ਰਕਾਰ ਜੋਰ ਸਕਲ ਸੰਸਾਰ ਸੋਧ, ਪੀਏ ਕੇ ਬਿਛੋ ਪਲ ਏਕ ਨਾ ਪੁਜਾਤ ਹੈ। ਅਨਕ ਪ੍ਰਕਾਰ ਜੋਰ, ਕਹਿੰਦੇ ਜਿਹੜੇ ਮੈਂ ਇਹ ਦੁੱਖ ਗਿਣੇ ਆ ਨਾ, ਇੰਨੇ ਹੀ ਨਹੀਂ, ਤੁਸੀਂ ਵੀ ਗਿਣ ਲਓ ਜਿੰਨੇ ਵੀ ਤੁਹਾਡੇ ਯਾਦ ਆਉਂਦੇ ਆ। ਦੁਨੀਆ ਦੇ ਸਾਰੇ ਦੁੱਖ ਇਕੱਠੇ ਕਰ ਲਓ, ਸਾਰੇ ਰੋਗ ਇਕੱਠੇ ਕਰ ਲਓ, ਸਾਰੀਆਂ ਬਿਮਾਰੀਆਂ ਇਕੱਠੀਆਂ ਕਰ ਲਓ, ਸਾਰੀਆਂ ਮੁਸੀਬਤਾਂ ਇਕੱਠੀਆਂ ਕਰ ਲਓ, ਸਾਰੇ ਦੁੱਖ ਰੋਗ ਇਕੱਠੇ ਕਰ ਲਓ। ਇਹ ਸਾਰੇ ਦੁੱਖ ਰੋਗ ਇਕੱਠੇ ਹੋ ਕੇ ਵੀ ਉਸ ਦੁੱਖ ਦਾ ਮੁਕਾਬਲਾ ਨਹੀਂ ਕਰ ਸਕਦੇ। ਕਿਹੜੇ ਦੁੱਖ ਦਾ? ਰੱਬ ਨਾਲੋਂ ਪਏ ਹੋਏ ਵਿਛੋੜੇ ਦੇ ਦੁੱਖ ਦਾ। ਪਰ ਉਸ ਦੁੱਖ ਦਾ ਸਾਨੂੰ ਪਤਾ ਹੀ ਨਹੀਂ ਹੈ। ਅਨਕ ਪ੍ਰਕਾਰ ਜੋਰ ਸਗਲ ਸੰਸਾਰ ਸੋਧ, ਪੀਏ ਕੇ ਬਿਛੋ ਪਲ ਏਕ ਨਾ ਪੁਜਾਤ ਹੈ। ਰੱਬ ਨਾਲੋਂ ਪਏ ਹੋਏ ਵਿਛੋੜੇ ਦਾ ਜਿਹੜਾ ਦੁੱਖ ਹੈ, ਇੱਕ ਪਲ ਦਾ, ਦੇਖੋ ਇੱਕ ਪਲ ਕਿੰਨਾ? ਅੱਖ ਮੀਚ ਕੇ ਖੋਲ ਲੈਣੀ, ਅੱਖ ਦਾ ਚਮਕਣਾ। ਇੰਨੇ ਸਮੇਂ ਵਾਸਤੇ ਵੀ ਰੱਬ ਨਾਲੋਂ ਪਏ ਹੋਏ ਵਿਛੋੜੇ ਦਾ ਜਿਹੜਾ ਦੁੱਖ ਹੈ, ਇਹ ਦੁੱਖ ਇਤਨਾ ਵੱਡਾ ਹੈ, ਦੁਨੀਆ ਦੇ ਸਾਰੇ ਦੁੱਖ ਇਸ ਦੁੱਖ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਕਰਕੇ ਗੁਰਮੁਖ ਪਿਆਰਿਓ, ਜੇ ਇਹਨਾਂ ਕਰੋਨਿਆਂ ਤੋਂ, ਇਹਨਾਂ ਦੁੱਖਾਂ ਤੋਂ, ਇਹਨਾਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਓਟ ਲਓ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਨਾਲ ਜੁੜੋ, ਗੁਰੂ ਦੀ ਬਾਣੀ ਨਾਲ ਜੁੜੋ। ਜਦੋਂ ਅਸੀਂ ਗੁਰੂ ਦੀ ਬਾਣੀ ਨਾਲ ਜੁੜਾਂਗੇ, ਗੁਰੂ ਦੇ ਸ਼ਬਦ ਨਾਲ ਜੁੜਾਂਗੇ, ਗੁਰੂ ਨੇ ਐਸੀ ਸਾਡੇ ਉੱਤੇ ਕਿਰਪਾ ਕਰ ਦੇਣੀ ਹੈ ਕਿ ਸਾਨੂੰ ਇੱਕ ਐਸੇ ਰੋਗ ਦੀ ਸੋਝੀ ਕਰਾ ਦੇਣੀ, ਐਸਾ ਦੁੱਖ ਸਾਨੂੰ ਸਮਝਾ ਦੇਣਾ, ਜਿਸ ਨੂੰ ਉਹ ਦੁੱਖ ਦੀ ਸਮਝ ਆ ਗਈ ਨਾ, ਉਹ ਦੁੱਖ ਐਸਾ ਹੈ, ਉਸ ਦੁੱਖ ਦੇ ਵਿੱਚ ਆਨੰਦ ਹੀ ਆਨੰਦ ਹੈ। ਉਸ ਦੁੱਖ ਨੇ ਸਾਡਾ ਰੱਬ ਦੇ ਨਾਲ ਮਿਲਾਪ ਕਰਾ ਦੇਣਾ ਅਤੇ ਸਦਾ ਲਈ ਕਰੋਨਿਆਂ ਤੋਂ ਖਹਿੜਾ ਛਡਾ ਦੇਣਾ। ਜਿਸ ਨੂੰ ਗੁਰੂ ਮਿਲ ਗਿਆ, ਗੁਰੂ ਨੇ ਸਭ ਤਰ੍ਹਾਂ ਦੇ ਰੋਗਾਂ ਤੋਂ ਸਾਨੂੰ ਮੁਕਤ ਕਰ ਦੇਣਾ। ਇਸ ਕਰਕੇ ਗੁਰਮੁਖ ਪਿਆਰਿਓ, ਜਿਵੇਂ ਕਰੋਨੇ ਨੇ ਸਭ ਤਰ੍ਹਾਂ ਦੇ ਦੁੱਖਾਂ ਨੂੰ ਭੁਲਾ ਦਿੱਤਾ, ਇਸੇ ਤਰ੍ਹਾਂ ਜੋ ਅਕਾਲ ਪੁਰਖ ਵਾਹਿਗੁਰੂ ਨਾਲੋਂ ਪਏ ਹੋਏ ਵਿਛੋੜੇ ਦਾ ਦੁੱਖ ਹੈ, ਉਹ ਦੁੱਖ ਕਰੋਨੇ ਦੇ ਦੁੱਖ ਨੂੰ ਵੀ ਭੁਲਾ ਦੇਗਾ। ਇਸ ਕਰਕੇ ਉਹ ਦੁੱਖ ਐਸਾ ਹੈ, ਉਸ ਦੁੱਖ ਦੇ ਵਿੱਚ ਆਨੰਦ ਹੀ ਆਨੰਦ ਹੈ, ਆਨੰਦ ਹੀ ਆਨੰਦ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਗੁਰੂ ਦੇ ਸ਼ਬਦ ਨਾਲ ਜੁੜੋ, ਗੁਰੂ ਦੀ ਬਾਣੀ ਨਾਲ ਜੁੜੋ, ਕਿਉਂਕਿ ਦੁਨਿਆਵੀ ਜਿਤਨੇ ਵੀ ਰੋਗ ਹਨ, ਇਹ ਤਾਂ ਇੱਕ ਦਿਨ ਮੁੱਕ ਜਾਣੇ ਹਨ, ਖਤਮ ਹੋ ਜਾਣੇ ਹਨ। ਇਸ ਸਰੀਰ ਨੇ ਅੱਗ ਦੇ ਵਿੱਚ ਜਲ ਜਾਣਾ, ਇਹਨਾਂ ਰੋਗਾਂ ਨੇ ਵੀ ਜਲ ਜਾਣਾ। ਮੁੜ ਕੇ ਫਿਰ ਦੂਜਾ ਸਰੀਰ ਮਿਲ ਗਿਆ, ਫਿਰ ਉਸ ਸਰੀਰ ਵਿੱਚ ਫਿਰ ਕਰੋਨਿਆਂ ਨਾਲ ਵਾਹ ਪਏਗਾ, ਬਿਮਾਰੀਆਂ ਨਾਲ ਵਾਹ ਪਏਗਾ, ਦੁੱਖਾਂ ਨਾਲ ਵਾਹ ਪਏਗਾ। ਫਿਰ ਹੋਰ ਸਰੀਰ ਮਿਲ ਜਾਏਗਾ, ਫਿਰ ਹੋਰ ਸਰੀਰ ਮਿਲ ਜਾਏਗਾ। ਜਿੰਨਾ ਚਿਰ ਸਾਨੂੰ ਇਹ ਸਰੀਰ ਮਿਲਦੇ ਰਹਿਣਗੇ, ਸਾਡਾ ਦੁੱਖਾਂ ਨਾਲ, ਕਰੋਨਿਆਂ ਨਾਲ
ਵਾਹ ਪੈਂਦਾ ਹੀ ਰਹਿਣਾ। ਇਸ ਕਰਕੇ ਨਾ ਪਵੇ। ਇਸ ਕਰਕੇ ਆਹ ਮਨੁੱਖਾ ਸਰੀਰ ਮਿਲਿਆ ਹੈ, ਇਹ ਗੁਰੂ ਦੇ ਚਰਨਾਂ ਨਾਲ ਜੁੜਨ ਵਾਸਤੇ ਮਿਲਿਆ ਹੈ। ਗੁਰੂ ਦੇ ਸ਼ਬਦ ਨਾਲ ਜੁੜ ਕੇ ਸਦਾ ਲਈ ਦੁੱਖਾਂ ਤੋਂ ਮੁਕਤ ਹੋ ਜਾਓ, ਗੁਰੂ ਦੀ ਬਾਣੀ ਨਾਲ ਜੁੜੋ, ਰੱਬ ਦੇ ਨਾਲ ਮਿਲਾਪ ਕਰਨ ਵਾਸਤੇ ਸਾਨੂੰ ਇਹ ਇੱਕ ਮੌਕਾ ਮਿਲਿਆ ਹੈ। ਇਸ ਮੌਕੇ ਨੂੰ ਸਾਂਭੋ, ਗੁਰੂ ਦੇ ਚਰਨਾਂ ਨਾਲ ਜੁੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।